ਧੰਨ ਵਾਹਿਗੁਰੂ ਜੀ। ਭੈਰੋ ਬਾਣੀ ਰਵਿਦਾਸ ਜੀਓ ਕੀ। ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦੀਸੈ ਸੋ ਹੋਏ ਬਿਨਾਸਾ। ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦੀਸੈ ਸੋ ਹੋਏ ਬਿਨਾਸਾ। ਵਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨਿਹਕਾਮ। ਪਰਚੈ ਰਾਮ ਰਵੈ ਜੋ ਕੋਈ, ਪਾਰਸ ਪਰਸੈ ਦੁਬਿਧਾ ਨਾ ਹੋਈ। ਰਹਾਉ ਸੋ ਮਨ ਕੀ ਦੁਬਿਧਾ ਖਾਇ, ਬਿਨ ਦੁਆਰੇ ਤ੍ਰੈ ਲੋਕ ਸਮਾਇ। ਮਨ ਕਾ ਸੁਭਾਉ ਸਭ ਕੋਈ ਕਰੈ, ਕਰਤਾ ਹੋਇ ਸੋ ਅਨਭੈ ਰਹੈ। ਫਲ ਕਾਰਨ ਫੂਲੀ ਬਨ ਰਾਇ, ਫਲ ਲਾਗਾ ਤਬ ਫੂਲ ਬਿਲਾਇ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਹ ਕਰਮ ਨਾਸ। ਘ੍ਰਿਤ ਕਾਰਨ ਦਦ ਮਥੈ ਸਿਆਨ, ਜੀਵਨ ਮੁਕਤ ਸਦਾ ਨਿਰਵਾਨ। ਘ੍ਰਿਤ ਕਾਰਨ ਦਦ ਮਥੈ ਸਿਆਨ, ਜੀਵਤ ਮੁਕਤ ਸਦਾ ਨਿਰਵਾਨ। ਕਹਿ ਰਵਿਦਾਸ ਪਰਮ ਬੈਰਾਗ, ਹਿਰਦੈ ਰਾਮ ਕੀ ਨਾ ਜਪਸ ਅਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਦੀ ਪਾਵਨ ਬਾਣੀ ਨਾਲ ਕੀਰਤਨ ਪਾਠ ਦੇ ਰੂਪ ਵਿੱਚ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤ ਸੰਗਤ ਰੂਪ ਵਿੱਚ ਜੁੜ ਕੇ ਰੋਜ਼ਾਨਾ ਹੀ ਆਪਾਂ ਭਗਤ ਰਵਿਦਾਸ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਵਿਚਾਰ ਕਰਦੇ ਹਾਂ। ਜਿਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1167 ਉੱਪਰ ਇਹ ਮੁਬਾਰਕ ਸ਼ਬਦ ਸੁਭਾਏਮਾਨ ਹੈ ਰਾਗ ਭੈਰੋ ਦੇ ਵਿੱਚ। ਇਸ ਰਾਗ ਦੇ ਵਿੱਚ ਕੇਵਲ ਇੱਕ ਹੀ ਸ਼ਬਦ ਭਗਤ ਰਵਿਦਾਸ ਸਾਹਿਬ ਜੀ ਦਾ ਦਰਜ ਹੈ। ਸ਼ਬਦ ਦਾ ਸਿਰਲੇਖ ਹੈ ਭੈਰੋ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ। ਭੈਰੋ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਹੈ, ਇਹ ਬਾਣੀ ਹੈ। ਇਸ ਨੂੰ ਦੂਜੇ ਘਰ ਵਿੱਚ ਸਵਰ ਅਤੇ ਤਾਲ ਨਾਲ ਸੰਬੰਧਿਤ, ਘਰ ਦਾ ਸੰਬੰਧ ਸਵਰ ਤਾਲ ਨਾਲ ਹੁੰਦਾ ਹੈ। ਇੱਕ ਸੰਗੀਤ ਨਾਲ ਸੰਬੰਧਿਤ ਨੁਕਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 1 ਤੋਂ ਲੈ ਕੇ 17 ਤੱਕ ਘਰਾਂ ਦਾ ਜ਼ਿਕਰ ਆਉਂਦਾ ਹੈ ਸਿਰਲੇਖ ਵਿੱਚ। ਸੰਖੇਪ ਮੰਗਲਾਚਰਨ ਦਰਜ ਹੈ। ਏਕ ਓੰਕਾਰ ਸਤਿਗੁਰ ਪ੍ਰਸਾਦ
ਉਹ ਪਰਮੇਸ਼ਰ ਪ੍ਰਭੂ ਇੱਕ ਹੈ, ਇੱਕ ਰਸ ਸਾਰੀ ਖਲਕਤ ਕਾਇਨਾਤ ਵਿੱਚ ਰਮਿਆ ਹੈ। ਉਸ ਦੀ ਹੋਂਦ ਹਸਤੀ ਸਦਾ ਕਾਇਮ ਰਹਿਣ ਵਾਲੀ ਹੈ। ਗੁਰੂ ਦੇ ਪ੍ਰਸਾਦ ਅਨੁਭਵ ਸਦਕਾ ਜੀਵਨ ਉਸ ਦੀ ਸੋਝੀ ਹੁੰਦੀ ਹੈ। ਇਸ ਮੁਬਾਰਕ ਸ਼ਬਦ ਦਾ ਰਹਾਉ ਦਾ ਬੰਦ ਹੈ, ਪਰਚੈ ਰਾਮ ਰਵੈ ਜੋ ਕੋਈ, ਪਾਰਸ ਪਰਸੈ ਦੁਬਿਧਾ ਨਾ ਹੋਈ। ਸਮੁੱਚੇ ਸ਼ਬਦ ਨੂੰ ਜੇ ਧਿਆਨ ਨਾਲ ਵਿਚਾਰ ਸਹਿਤ ਪੜ੍ਹੀਏ ਤਾਂ ਇਸ ਸਮੁੱਚੇ ਸ਼ਬਦ ਦਾ ਜਿਹੜਾ ਪ੍ਰਕਰਨ ਹੈ ਉਹ ਹੈ ਮਨ ਦਾ ਅਮੋੜ ਪੁਣੇ ਵੱਲੋਂ ਮੁੜ ਕੇ, ਭਾਵ ਭੈੜੇ ਵਿਚਾਰਾਂ ਤੋਂ, ਸੰਸਕਾਰਾਂ ਤੋਂ, ਫੁਰਨਿਆਂ ਤੋਂ ਹਟ ਕੇ ਉਸ ਮਾਲਕ ਦੇ ਗੁਣਾਂ ਵਿੱਚ ਇੱਕ ਸੁਰ ਹੋ ਜਾਣਾ। ਦੋ ਸ਼ਬਦ ਪਹਿਲੀ ਪੰਕਤੀ ਵਿੱਚ ਸਾਡਾ ਧਿਆਨ ਆਪਣੇ ਵੱਲ ਖਿੱਚਦੇ ਹਨ, ਰਵੈ ਅਤੇ ਪਰਚੈ। ਰਵੈ ਦਾ ਮਤਲਬ ਹੁੰਦਾ ਹੈ ਰਮਣਾ, ਆਨੰਦ ਲੈਣਾ। ਇੱਕ ਸੁਰਤਾ ਦੀ ਅਵਸਥਾ ਨੂੰ ਹਾਸਲ ਕਰਨ ਲਈ ਜਿਹੜਾ ਅਭਿਆਸ ਹੈ, ਜਿਹੜੀ ਪ੍ਰੈਕਟਿਸ ਹੈ, ਉਸ ਨੂੰ ਕਰਦੇ ਰਹਿਣਾ। ਜਿਵੇਂ ਮੰਨ ਲਓ ਕਿਸੇ ਮਨੁੱਖ ਨੇ ਸੰਗੀਤ ਸਿੱਖਣਾ ਹੈ ਤੇ ਸੰਗੀਤ ਸਿੱਖਣ ਵਾਸਤੇ, ਕਿਸੇ ਸਾਜ਼ ਨੂੰ ਸਿੱਖਣ ਵਾਸਤੇ ਪਹਿਲਾ ਸਟੈਪ ਇਹ ਹੈ ਵੀ ਸਿਆਣਾ ਉਸਤਾਦ ਪਹਿਲਾਂ ਉਸ ਦੀ ਆਵਾਜ਼ ਦਾ ਜਾਇਜ਼ਾ ਲੈਂਦਾ ਕਿ ਇਸ ਦੀ ਆਵਾਜ਼ ਵਿੱਚ ਉਹ ਲਚਕ ਹੈ, ਇਸ ਦੀ ਆਵਾਜ਼ ਵਿੱਚ ਉਹ ਮਿਲਤ ਹੈ। ਇਸ ਦੀ ਆਵਾਜ਼ ਨੂੰ ਪਹਿਲਾਂ ਸੁਣਿਆ ਜਾਏ ਤਾਂ ਕਿ ਪਤਾ ਲੱਗ ਜਾਏ ਵੀ ਇਸ ਨੂੰ ਕਿੰਨੀ ਕੁ ਜ਼ਿਆਦਾ ਪ੍ਰੈਕਟਿਸ, ਅਭਿਆਸ ਦੀ ਲੋੜ ਹੈ ਤੇ ਇਹਦਾ ਆਵਾਜ਼ ਦਾ ਪੱਧਰ ਕਿੱਥੇ ਖੜਾ ਹੈ, ਤਾਂ ਕਿ ਸੁਰ ਨਾਲ ਇਸ ਦੀ ਆਵਾਜ਼ ਨੂੰ ਮਿਲਾਉਣ ਦੇ ਉੱਤੇ ਸਾਨੂੰ ਆਪਣਾ ਜੋ ਅਸੀਂ ਇਹਨੂੰ ਲੈਸਨ ਦੇਣਾ ਹੈ, ਜਿਹੜਾ ਅਭਿਆਸ ਕਰਾਉਣਾ ਹੈ, ਉਹਨੂੰ ਉਸ ਰੁਖ ਨਾਲ, ਉਸ ਤਰੀਕੇ ਨਾਲ ਕਰਾਇਆ ਜਾਏ। ਫਿਰ ਉਹ ਉਸ ਨੂੰ ਦੱਸਦੇ ਹਨ ਕਿ ਇਸ ਸਾਜ਼ ਨੂੰ ਕਿਵੇਂ ਫੜਨਾ ਹੈ, ਫਿਰ ਇਸ ਸਾਜ਼ ਨੂੰ ਕਿਵੇਂ ਵਜਾਉਣਾ ਹੈ। ਔਰ ਸਭ ਤੋਂ ਵੱਡੀ ਗੱਲ ਉਸ ਵਿੱਚ ਇਹ ਹੈ ਅਭਿਆਸ। ਅਭਿਆਸ ਕਿਹੜੀ ਗੱਲ ਦਾ ਹੈ ਵੀ ਆਵਾਜ਼ ਨੂੰ ਸੁਰ ਨਾਲ ਇੱਕ ਸੁਰ ਕਰਨਾ ਹੈ, ਰਲਾਉਣਾ ਹੈ, ਸੁਰ ਦਾ ਅਭਿਆਸ ਕਰਨਾ ਹੈ। ਸੁਰ ਦਾ ਅਭਿਆਸ ਕਰਦਿਆਂ ਕਰਦਿਆਂ ਆਪਣੀ ਆਵਾਜ਼ ਨੂੰ ਸੁਰਾਂ ਦੇ ਮੁਤਾਬਕ ਲਚਕ ਦੇ ਕੇ ਕਿਸ ਤਰ੍ਹਾਂ ਉਹੋ ਜਿਹੀ ਆਵਾਜ਼ ਆਪਣੇ ਕੰਠ ਗਲੇ ਵਿੱਚੋਂ ਕੱਢਣੀ ਹੈ ਜਿਹੋ ਜਿਹੀ ਆਵਾਜ਼ ਸਾਜ਼ ਦੀ ਸੁਰ ਵਿੱਚੋਂ, ਸਾਜ਼ ਦੀ ਤਾਰ ਵਿੱਚੋਂ ਨਿਕਲ ਰਹੀ ਹੈ। ਉਸ ਧੁਨੀ ਨਾਲ ਆਪਣੇ ਗਲੇ ਦੀ ਆਵਾਜ਼ ਨੂੰ ਮਿਲਣਾ, ਇਹ ਹੁਣ ਕੀ ਹੈ, ਇਸ ਨੂੰ ਕਿਹਾ ਜਾਏਗਾ ਰਵੈ, ਰਮਣਾ। ਭਾਵ ਸੁਰ ਦੇ ਨਾਲ ਨਾਲ ਆਪਣੇ ਗਲੇ ਨੂੰ ਚਲਾਉਣਾ, ਸੁਰ ਦੇ ਪਿੱਛੇ ਪਿੱਛੇ ਆਪਣੇ ਗਲੇ ਨੂੰ ਚਲਾਉਣਾ। ਫਿਰ ਗਾਉਂਦਿਆਂ 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 ਅਭਿਆਸ ਕਰਦਿਆਂ ਕਰਦਿਆਂ ਇੱਕ ਵਕਤ ਆ ਜਾਂਦਾ ਹੈ ਜਦੋਂ ਆਵਾਜ਼ ਦਾ ਸੁਰ ਨਾਲ ਮਿਲਾਨ ਹੋ ਜਾਂਦਾ ਹੈ। ਉਸ ਅਵਸਥਾ ਨੂੰ ਕਿਹਾ ਜਾਂਦਾ ਹੈ ਪਰਚ ਜਾਣਾ, ਜੁੜ ਜਾਣਾ, ਇੱਕ ਸੁਰ ਹੋ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਦੋ ਸ਼ਬਦ ਵਰਤੇ ਹਨ, ਪਰਚੈ ਰਾਮ। ਉਸ ਦਾ ਮਨ ਉਸ ਪਰਮੇਸ਼ਰ ਸਰਵ ਵਿਆਪਕ ਵਾਹਿਗੁਰੂ ਵਿੱਚ ਪਰਚ ਜਾਂਦਾ ਹੈ, ਜੁੜ ਜਾਂਦਾ ਹੈ, ਲੱਗ ਜਾਂਦਾ ਹੈ, ਇੱਕ ਸੁਰ ਹੋ ਜਾਂਦਾ ਹੈ। ਕਿਸ ਦਾ? ਰਵੈ ਜੋ ਕੋਈ। ਰਵੈ ਦਾ ਮਤਲਬ ਹੈ ਜਿਹੜਾ ਉਸ ਨੂੰ ਰਵਦਾ। ਰਵਣ ਦਾ ਗੁਰਬਾਣੀ ਦੇ ਵਿੱਚ ਕਈ ਅਰਥ ਪ੍ਰਕਰਨ ਮੁਤਾਬਕ ਮਿਲਦੇ ਨੇ। ਸਿਮਰਨ ਕਰਨਾ, ਯਾਦ ਕਰਨਾ, ਚੇਤਾ ਕਰਨਾ, ਧਿਆਨ ਕਰਨਾ, ਲਗਨ ਲਾਉਣੀ। ਰਵੈ ਦਾ ਅਰਥ ਹੈ ਆਨੰਦ ਸਹਿਤ ਉਸ ਚੀਜ਼ ਦੇ ਅਭਿਆਸ ਵਿੱਚ ਜੁੜ ਜਾਣਾ, ਭਾਵ ਉੱਧਰ ਲਗਨ ਲਾ ਲੈਣੀ, ਧਿਆਨ ਕੇਂਦਰਿਤ ਕਰ ਲੈਣਾ, ਆਪਣੀ ਜ਼ਿੰਦਗੀ ਦਾ, ਸੁਰਤ ਦਾ ਕੇਂਦਰ ਬਿੰਦੂ ਉਸ ਨੂੰ ਬਣਾ ਲੈਣਾ। ਇਸ ਨੂੰ ਹੋਰ ਸੰਖੇਪ ਵਿੱਚ ਥੋੜ੍ਹਾ ਜਿਹਾ ਸਮਝੀਏ। ਮਨ ਕਿਸੇ ਗਲਤ ਧਾਰਨਾ ਵਿੱਚ ਲੱਗਾ ਹੋਇਆ ਹੈ, ਮਾੜੇ ਫੁਰਨਿਆਂ ਨੂੰ ਬਾਰ-ਬਾਰ ਸਾਡਾ ਮਨ ਜਿਹੜਾ ਹੈ ਉਹ ਮਾੜੇ ਫੁਰਨਿਆਂ ਦਾ ਸ਼ਿਕਾਰ ਹੈ। ਹੁਣ ਉਸ ਤੋਂ ਟੁੱਟਣਾ ਹੋਵੇ, ਉਹ ਛੱਡਣੇ ਹੋਣ, ਤਾਂ ਤੁਹਾਨੂੰ ਇੱਕ ਸਹੀ ਵਿਚਾਰ ਪੈਰਾਲਲ ਖੜਾ ਕਰਨਾ ਪਏਗਾ, ਉਹਦਾ ਅਭਿਆਸ ਕਰਨਾ ਪਏਗਾ। ਉਹ ਚੰਗੇ ਖਿਆਲ ਵੱਲ ਬਾਰ-ਬਾਰ ਆਪਣੇ ਆਪ ਨੂੰ ਮੋੜ ਕੇ ਲਿਜਾਣਾ ਪਏਗਾ।
कठिनाई होएगी, औखा होएगा, क्योंकि चस्का स्वाद माड़े फुरने का पै चुकिया है। वो सोचना चंगा लगता है, वो विचारना चंगा लगता है, उहो जी गल करनी चंगी लगती है, उस तरह सोचना चंगा लगता है, उहो जिहियां गल्लां करनियां, उहो जिहा पढ़ना ते उहो जिहा विहार करना चंगा लगता है। ज्यों जो असी ये अभ्यास अपने आप, ये प्रैक्टिस हुण किसी ने नहीं कराउणी, मन की साडी प्रैक्टिस अपने आप असीं करनी है। इसे नूं गुरबाणी ने मशक्कत मेहनत कहा, घालना कहा। ये अपने आप नाल लड़न वाली गल है। मन ही नाल झगड़ा, मन ही नाल साथ, मन ही मंझ समाए। एक होर शब्द महाराज ने बाणी च वरत्या है, ज्ञान खड़ग लै मन स्यों लूझै। आत्म विवेक, ज्ञान तो भाव है विवेक दी तलवार लैके विवेक रूपी हथियार दे नाल अपने मन दे मंदे फुरनिਆਂ नाल झगड़ा करो, जंग लड़ो, लड़ाई लड़ो। ये लड़ाई साडी अपने ये कशमकश साडी अपने आप नाल है। जदों असी एक चंगे ख्याल नूं, चंगे फुरने नूं अपने अंदर थां दे लई, साडे अंदर एक कशमकश चलेगी दोवां ख्यालां दी, माड़े दी चंगे दी, दो तरह के फुरने टकरा जाणगे। कई बार असी हारांगे, कई बार साडी हौं जितेगी, कई बार साडे अंदर दा सच जितेगा। अखीर जदों असी इस कशमकश विच बार बार पैंतड़ेबाजी बदलदियां असी चंगे फुरनिਆਂ दा पल्ला घुट के फड़ी रखिया, वो वक्त भी आएगा जदों साडा मन बुरे माड़े फुरनिਆਂ वालों अपने आप हटना, थोड़ा थोड़ा दूर होना शुरू हो जाएगा। एक सफ़र दूजे पासे नूं शुरू होएगा, उन्होंने असी किने रवना, चंगे पासे वाल तुरना। जदों मन चंगे फुरनिਆਂ नूं प्रवान करना शुरू कर देगा, उन्होंने असी कहांगे परचना। मन परच गया है, मन जुड़ गया है, मन नूं हुण वो चीज़ चंगी लगन लग पई है, मन नूं वो चीज़ भा गई है। साहब ने बाणी विच एक वाक्य है, गुर कै शब्द बनावो इह मन। इस मन की बनतर घाड़त गुरु दे शब्द द्वारा घड़ो। मन दे अंदर दे फुरनिਆਂ दी उसारी गुरु शब्द की मदद नाल बदल लो, तब्दील कर लो। परचय राम रवै जो कोई, जदों परच जाएगा तो की होएगा? आखदे ने पारस परसै, परमेश्वर दे गुण नाम हुक्म रूपी पारस नाल परस के, छू के, उसकी नज़दीकी हासिल करके, नेड़ता पा के ये शुद्ध कंचन हो जाएगा। भाव इहदी दिख बदल, इहदी नुहार बदल जाएगी, मन का सुभाव बदल जाएगा। दुविधा ना होई। दुविधा का मतलब होंदा है दुचित्तापन, कन्फ्यूजन। फिर जिहड़ी कन्फ्यूजन साडे अंदर चलती है कि सही राह ते तुरीए, कि जिहड़ा मन का सुभाव है उहदे मुताबक ही चलीए, ये कन्फ्यूजन हर पहलू विच, जीवन के हर पहलू विच बनी। सानू पता हुंदा बहुती वार भी सही की है, धर्म की है, असूल की है, पर यह पता हुंदियां भी उस राह के उत्ते तुरया नहीं जाता, सगों उदों उल्ट राह के उत्ते असीं तुर पैंदे हां। यही साडे मन की दुविधा है, ये साडे मन की कन्फ्यूजन विचों निकलदा है सारा कुछ। मन का सुभाव जित जाता है, दिमाग नूं पता है, बुद्धि नूं पता है भी आ सही सी, पर वो जानकारी हार जाती है, उसका कोई मुल नहीं पैंदा, वो इंप्लीमेंट नहीं हुंदी, वो लागू नहीं हुंदी, वो जीवी नहीं जाती। साडे सन्मुख भी महान सतपुरखां दा वचन पिया होवे ना, पिया नहीं करना, तां असीं जे मन का सुभाव उहो जिहा कुरख्त बनिया होया, पुठे पासे जाण वाला, असीं उही करांगे। वो वचन सामने पिया होया भी कमाया नहीं जा सकेगा। इसलिए हुजूर ने बाणी दे विच कमावै शब्द की वरतों बहुत की है। जे को वचन कमावै संतन का, सो गुर प्रसादी तरीए। कमाउणा कित्थे है? पहला मन के पद्धर उत्ते। मन जो उस ख्याल का धार नहीं होएगा, तां ही वो कर्म का हिस्सा बनेगी, तां ही वो प्रैक्टिस विच आएगी, ज़ाहरा तौर पर इंप्लीमेंट होएगी।
ਫਿਰ ਜੀਵਨ ਵਿੱਚ ਮੇਰ ਤੇਰ, ਮਨ ਅੰਦਰ ਮੇਰ ਤੇਰ ਨਹੀਂ ਰਹੇਗੀ, ਭੇਦ ਭਾਵ ਨਹੀਂ ਰਹੇਗਾ, ਦੁਬਦਾ ਨਹੀਂ ਰਹੇਗੀ। ਤੋਂ ਆਰੰਭ ਦੇ ਬਚਨ ਵਿੱਚ ਫਰਮਾਉਂਦੇ ਨੇ, ਬਿਨ ਦੇਖੇ ਉਪਜੈ ਨਹੀਂ ਆਸਾ। ਬਿਨਾਂ ਦੇਖੇ ਤੋਂ, ਇੱਥੇ ਦੇਖਣ ਦਾ ਅਰਥ ਜ਼ਾਹਰ ਅੱਖਾਂ ਨਾਲ ਜਿਵੇਂ ਰੂਪ ਰੰਗ ਆਕਾਰ ਤਕੀਦਾ ਉਹ ਨਹੀਂ, ਦੇਖੇ ਦਾ ਭਾਵ ਹੈ ਜਾਣੇ ਤੋਂ। ਬਿਨਾਂ ਜਾਣੇ ਤੋਂ ਤੁਹਾਡੇ ਅੰਦਰ ਤਾਂਘ ਪੈਦਾ ਨਹੀਂ ਹੋ ਸਕਦੀ। ਮੰਨ ਲਓ ਮਨੁੱਖ ਨੂੰ ਪਿਆਸ ਲੱਗੀ ਹੈ, ਤ੍ਰੇਹ ਨਾਲ ਉਹ ਬੇਹਾਲ ਹੈ, ਉਸ ਨੂੰ ਕੋਈ ਆਖੇ ਵੀ ਇੱਥੋਂ 100 ਕਦਮ ਅੱਗੇ ਜਾਓ ਤੇ ਅੱਗੇ ਪਾਣੀ ਦਾ ਪ੍ਰਬੰਧ ਹੈ। ਹੁਣ ਉਹ ਜਾਣਕਾਰੀ ਪਾ ਕੇ ਤੁਹਾਡੇ ਅੰਦਰ ਤਾਂਘ ਪੈਦਾ ਹੋਈ ਨਾ ਵੀ ਮੈਂ ਉੱਧਰ ਨੂੰ ਜਾਵਾਂ, ਨਹੀਂ ਤਾਂ ਹੋ ਸਕਦਾ ਤੁਸੀਂ ਉੱਥੇ ਖੜੇ ਰਹਿੰਦੇ, ਪਤਾ ਨਹੀਂ ਇੱਥੇ ਪਾਣੀ ਹੈ ਕਿ ਨਹੀਂ ਹੈ, ਜਾਂ ਕਿਸੇ ਉਲਟੀ ਦਿਸ਼ਾ ਵੱਲ ਨੂੰ ਤੁਰ ਪੈਂਦੇ। ਉੱਥੋਂ ਜਾਣ ਕੇ ਤੁਹਾਡੇ ਅੰਦਰ ਤਾਂਘ ਪੈਦਾ ਹੋਈ ਵੀ ਇੱਧਰ ਨੂੰ ਚੱਲਿਆ ਜਾਏ, ਤੁਰਿਆ ਜਾਏ। ਦੇਖੇ ਤੋਂ ਭਾਵ ਹੈ ਜਾਣਨਾ। ਜਦੋਂ ਜਾਣ ਲਿਆ, ਭਗਤ ਰਵਿਦਾਸ ਜੀ ਆਖਦੇ ਨੇ, ਜਾਣੇ ਬਿਨਾ ਤੁਹਾਡੇ ਅੰਦਰ ਤਾਂਘ ਪੈਦਾ ਨਹੀਂ ਹੋ ਸਕਦੀ। ਪਹਿਲਾਂ ਕਿਸੇ ਚੀਜ਼ ਦੀ ਪਛਾਣ, ਜਾਣ ਪਛਾਣ ਹੋਣੀ ਬੜੀ ਲਾਜ਼ਮੀ ਹੈ। ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦਿਸੈ ਸੋ ਹੋਏ ਬਿਨਾਸਾ। ਪਰ ਜਿਹੜਾ ਜ਼ਾਹਰਾ ਸੰਸਾਰ, ਜਿਸ ਬਾਰੇ ਰੂਪ ਰੰਗ ਆਕਾਰ ਬਾਰੇ ਅਸੀਂ ਜਾਣਦੇ ਹਾਂ, ਚੀਜ਼ਾਂ ਵਸਤੂਆਂ ਪਦਾਰਥਾਂ ਦੇ ਮੋਹ ਵਿੱਚ ਫਸਦੇ ਹਾਂ, ਇਹ ਤਾਂ ਸਾਡੇ ਸਾਹਮਣੇ ਪੈਦਾ ਹੋ ਕੇ ਟੁੱਟ ਜਾਂਦੀਆਂ ਨੇ, ਬਿਨਸ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਇਹਨਾਂ ਦਾ ਮੋਹ ਤਾਂ ਨਿਰਾਰਥਕ ਹੈ। ਫਿਰ ਆਖਦੇ ਨੇ, ਵਰਣ ਸਹਿਤ ਜੋ ਜਾਪੈ ਨਾਮ। ਵਰਣ ਦਾ ਅਰਥ ਇੱਥੇ ਹੈ ਵਰਣਨ, ਵਿਆਖਿਆ, ਵਿਚਾਰ। ਵਿਚਾਰ ਸਹਿਤ ਜੋ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਦਾ ਹੈ। ਹੁਣ ਤੁਸੀਂ ਵੇਖੋ ਕਿਤੇ ਜਪੇ ਵੀ ਆਉਂਦਾ, ਜਪੇ ਦਾ ਅਰਥ ਵੀ ਦ੍ਰਿੜ ਕਰਨਾ ਹੈ। ਜਦੋਂ ਵਰਣ ਸਹਿਤ ਆ ਗਿਆ ਤਾਂ ਇਹਦਾ ਮਤਲਬ ਹੈ ਵਿਚਾਰ ਸਹਿਤ, ਆਪਣੀ ਚੇਤਨ ਸੱਤਾ ਨੂੰ ਜਗਾ ਕੇ, ਆਪਣੀ ਵਿਵੇਕ ਬੁੱਧ ਦਾ ਇਸਤੇਮਾਲ ਕਰਕੇ, ਆਪਣੀ ਸੁਰਤ ਨੂੰ ਜਗਾਉਂਦਿਆਂ ਹੋਇਆਂ ਪਰਮੇਸ਼ਰ ਦਾ ਨਾਮ, ਭਾਵ ਉਹਦੀ ਹੋਂਦ ਦਾ ਅਹਿਸਾਸ ਕਰਨਾ। ਸੋ ਜੋਗੀ ਕੇਵਲ ਨਿਕਾਮ। ਜਿਹੜਾ ਇਸ ਤਰ੍ਹਾਂ ਕਰਦਾ ਹੈ ਉਹ ਅਸਲ ਜੋਗੀ ਹੈ। ਕੇਵਲ ਸੋ ਹੀ ਜੋਗੀ ਹੈ, ਨਿਹਕਾਮ ਔਰ ਉਹ ਵਾਸ਼ਨਾ ਤੋਂ ਰਹਿਤ, ਮਾੜੇ ਪੁਰਨਿਆਂ ਤੋਂ ਮੁਕਤ ਹੋ ਜਾਂਦਾ ਹੈ। ਫਿਰ ਅੱਗੇ ਫਰਮਾਉਂਦੇ ਹਨ, ਸੋ ਮਨ ਕੀ ਦੁਬਦਾ ਖਾਏ। ਜਿਵੇਂ ਪਹਿਲੇ ਬੰਦ ਵਿੱਚ ਉਸੇ ਨੂੰ ਅਸਲ ਜੋਗੀ ਕਿਹਾ, ਜਿਹੜਾ ਆਪਣੇ ਅੰਦਰ ਦੀ ਦੁਬਦਾ ਮੁਕਾ ਲੈ, ਜਿਹੜਾ ਵਿਚਾਰ ਚੇਤਨ ਸੱਤਾ ਸਹਿਤ ਉਸ ਪਰਮੇਸ਼ਰ ਦੇ ਗੁਣਾਂ ਨਾਲ ਜੁੜੇ। ਹੁਣ ਇੱਥੇ ਆਖਦੇ ਨੇ ਸੋ ਮਨ ਦਾ ਭਾਵ ਹੈ ਰਿਸ਼ੀ, ਅਸਲ ਰਿਕੀ, ਅਸਲ ਸਾਧੂ ਜਨ। ਪਰ ਗੁਰਬਾਣੀ ਦੇ ਵਿੱਚ ਅਸਲ ਮੁਨੀ ਦੀ ਭਾਵ ਜਿਹੜਾ ਮਨ ਕਰਕੇ ਜਾਗਿਆ ਹੋਇਆ ਹੈ, ਅਸਲ ਸਾਧੂ ਹੈ ਜਿਹੜਾ, ਉਹਦੀ ਕੀ ਵਿਆਖਿਆ? ਸੋ ਮਨ ਕੀ ਦੁਬਦਾ ਖਾਏ। ਜਿਹੜਾ ਮਨ ਦੀ ਦੁਬਦਾ ਨੂੰ, ਕਸ਼ਮਕਸ਼ ਨੂੰ ਮੁਕਾ ਲੈਂਦਾ, ਜਿਹੜਾ ਇੱਕ ਪਾਸੇ ਹੋ ਜਾਂਦਾ, ਸੱਚ ਅਸੂਲ ਦਾ ਧਾਰਨੀ ਹੋ ਜਾਂਦਾ, ਵਿਵੇਕ ਬੁੱਧ ਦਾ, ਜਾਗਰਤ ਅਵਸਥਾ ਦਾ ਧਾਰਨੀ ਹੋ ਜਾਂਦਾ, ਜਿਹਦੇ ਅੰਦਰ ਮੇਰ ਤੇਰ ਨਹੀਂ ਰਹਿ ਜਾਂਦੀ। ਬਿਨ ਦੁਆਰੇ ਤ੍ਰੈ ਲੋਕ ਸਮਾਏ। ਤ੍ਰੈ ਲੋਕ ਸਮਾਏ ਹੋਏ ਪਰਮੇਸ਼ਰ ਜਿਹੜਾ ਬਿਨਾਂ ਦੁਆਰੇ, ਬਿਨਾਂ ਗਿਆਨ ਇੰਦਰੀਆਂ ਤੋਂ ਹੈ, ਉਸ ਪਰਮੇਸ਼ਰ ਵਿੱਚ ਉਹ ਇੱਕ ਸੁਰ ਹੋ ਜਾਂਦਾ, ਜਿਹੜਾ ਬਿਨਾਂ ਕਰਮ ਤੇ ਗਿਆਨ ਭਾਵ ਜਿਹੜਾ ਸਰੀਰਧਾਰੀ ਨਹੀਂ। ਉਹ ਕਿਸੇ ਅਵਤਾਰਵਾਦ ਨਾਲ ਨਹੀਂ ਜੁੜਦਾ, ਉਹ ਕਿਸੇ ਬੰਦੇ ਨੂੰ ਰੱਬ ਨਹੀਂ ਮੰਨਦਾ, ਉਹ ਕਿਸੇ ਪਦਾਰਥਕ ਵਸਤੂ ਦੀ ਪੂਜਾ ਕਰਕੇ ਆਰਜੀ ਸੁੱਖ, ਆਰਜੀ ਧਰਮ ਨਹੀਂ ਕਮਾਉਂਦਾ, ਬਲਕਿ ਉਹ ਜੋ ਤ੍ਰੈ ਲੋਕ ਦਾ ਮਤਲਬ ਸਾਰੀ ਖਲਕਤ ਵਿੱਚ ਜਿਹੜਾ ਸਮਾਇਆ, ਉਸ ਦੇ ਹੋਣ ਦਾ ਅਹਿਸਾਸ ਕਰਦਾ ਹੈ, ਉਸ ਨੂੰ ਸਰਵ ਵਿਆਪੀ ਜਾਣਦਾ ਹੈ। ਮਨ ਕਾ ਸੁਭਾਉ ਸਭ ਕੋਈ ਕਰੇ, ਕਰਤਾ ਹੋਏ ਸੋ ਅਨ ਪੈ ਰਹਿ। ਕਹਿੰਦੇ ਨੇ ਚੱਲਦਾ ਤੇ ਹਰ ਕੋਈ ਆਪਣੇ ਮਨ ਦੇ ਸੁਭਾਅ ਮੁਤਾਬਕ ਹੀ ਹੈ, ਪਰ ਜਿਹੜਾ ਉਸ ਕਰਤੇ ਦੇ ਨਾਲ ਜੁੜਦਾ ਹੈ, ਕਰਤੇ ਪਰਮੇਸ਼ਰ ਦੇ ਗੁਣਾਂ ਵਾਲੇ ਪਾਸੇ ਆਪਣੇ ਮਨ ਨੂੰ ਤੋਰਦਾ ਹੈ, ਬੁਰਾਈ ਤੋਂ ਰੋਕਦਾ ਹੈ, ਸੋ ਅਨ ਪੈ ਰਹਿ। ਉਹ ਹਰ ਕਿਸਮ ਦੇ ਵਿਕਾਰਾਂ ਤੋਂ ਪੈਦਾ ਹੋਣ ਵਾਲੇ, ਬੁਰਾਈ ਤੋਂ ਪੈਦਾ ਹੋਣ ਵਾਲੇ ਡਰ ਤੇ ਸਹਿਮ ਤੇ ਤੌਖਲਿਆਂ ਤੋਂ ਮੁਕਤ ਹੋ ਜਾਂਦਾ ਹੈ। ਉਦਾਹਰਣ ਦਿੰਦੇ ਹਨ, ਫਲ ਕਾਰਨ ਫੂਲੀ ਬਨ ਰਾਏ। ਆਪਾਂ ਘਰ ਵਿੱਚ ਕੋਈ ਰੁੱਖ ਲਾਈਏ, ਐਸਾ ਪੌਦਾ ਲਾਈਏ, ਐਸਾ ਬੂਟਾ ਲਾਈਏ ਜਿਸ ਤੋਂ ਅਸੀਂ ਫਲ ਲੈਣਾ ਚਾਹੀਏ, ਤਾਂ ਆਪਾਂ ਕਈ ਵਾਰ ਵੇਖਦੇ, ਮੰਨ ਲਓ ਅਨਾਰਾਂ ਦਾ ਬੂਟਾ ਲਾ ਲੈਂਦੇ ਆਪਾਂ,
ਹੁਣ ਆਪਾਂ ਨੂੰ ਪਤਾ ਵੀ ਇਸ ਨੂੰ ਅਨਾਰ ਲੱਗਣਗੇ, ਪਰ ਉਸ ਤੋਂ ਪਹਿਲਾਂ ਵੀ ਇੱਕ ਪ੍ਰੋਸੈਸ ਹੋਏਗਾ, ਬੜੇ ਸੋਹਣੇ ਉਸ ਨੂੰ ਖੂਬਸੂਰਤ ਫੁੱਲ ਲੱਗਣਗੇ। ਫਿਰ ਕੀ ਹੋਏਗਾ? ਫਲ ਕਾਰਨ ਫੁੱਲ ਹੀ ਬਣ ਰਿਹਾ ਹੈ। ਫੁੱਲ ਪੈ ਗਏ ਤੇ ਸਾਨੂੰ ਸਮਝ ਪੈਂਦੀ ਵੀ ਇਹਨੂੰ ਫਲ ਪੈ ਜਾਣਾ। ਆਪਾਂ ਉਦੋਂ ਹੀ ਕਹਿਣ ਲੱਗ ਜਾਂਦੇ ਇਹਨੂੰ ਫਲ ਬਹੁਤ ਵਧੀਆ ਪਿਆ, ਬੜਾ ਫਲ ਲੱਗਾ। ਫਿਰ ਜਿਉਂ-ਜਿਉਂ ਉਹੀ ਫੁੱਲ ਅਗਲਾ ਸਫ਼ਰ ਤੈਅ ਕਰਦੇ ਨੇ, ਅਨਾਰਾਂ ਵੱਲ ਨੂੰ, ਫਲ ਵੱਲ ਨੂੰ ਵੱਧਦੇ ਨੇ, ਤਾਂ ਕੀ ਹੁੰਦਾ ਹੈ? ਫਲ ਕਾਰਨ ਫੁੱਲੀ ਬੰਦਰਾਏ, ਫਲ ਲਾਗਾ ਤਬ ਫੂਲ ਬਿਲਾਏ। ਜਦੋਂ ਉਹਨੂੰ ਉਹ ਫਲ ਬਣ ਜਾਂਦਾ ਤੇ ਫਿਰ ਫੁੱਲਾਂ ਦਾ ਉਹ ਸਰੂਪ ਨਹੀਂ ਰਹਿ ਜਾਂਦਾ, ਉਹ ਗਾਇਬ ਹੋ ਜਾਂਦਾ, ਕਿਉਂਕਿ ਉਹੀ ਵੱਟ ਕੇ, ਉਹੀ ਬਦਲ ਕੇ ਫਲ ਬਣ ਗਿਆ। ਇਸੇ ਤਰ੍ਹਾਂ ਆਖਦੇ ਨੇ ਗਿਆਨੈ ਕਾਰਨ ਕਰਮ ਅਭਿਆਸ। ਅਸੀਂ ਦੁਨੀਆ ਦੀ ਕਿਰਤਕਾਰ ਕਰਦੇ ਹਾਂ, ਸਰੀਰਕ ਰੂਪ ਵਿੱਚ ਰੁਜ਼ਗਾਰ ਕਰਦੇ ਹਾਂ, ਪਦਾਰਥਾਂ, ਵਸਤੂਆਂ, ਚੀਜ਼ਾਂ, ਸੰਸਾਰ ਦੇ ਕਰਮ ਧੰਦੇ, ਸਾਰੀਆਂ ਜ਼ਿੰਮੇਵਾਰੀਆਂ, ਫਰਜ਼ੋ ਫਰਾਇਜ਼, ਇਹ ਸਾਰੀਆਂ ਚੀਜ਼ਾਂ ਕਾਹਦੇ ਲਈ ਹਨ? ਤਾਂ ਕਿ ਸਾਡੇ ਅੰਦਰ ਚੇਤਨਾ ਵੀ ਬਣੀ ਰਹੇ, ਸਰੀਰ ਚੱਲਦਾ ਰਹੇ, ਸਰੀਰ ਸੁਖੀ ਰਹੇ, ਸਰੀਰ ਦੇ ਨਾਲ ਨਾਲ ਮਨ ਤੇ ਸੁਰਤ ਜਿਹੜੀ ਆ ਉਹ ਪਰਮੇਸ਼ਰ ਦਾ ਗੁਣਗਾਨ, ਜੀਵਨ ਦੀ ਯਾਤਰਾ ਵੀ ਸਫਲ ਹੋਵੇ। ਗਿਆਨੈ ਕਾਰਨ ਕਰਮ ਅਭਿਆਸ। ਗਿਆਨ ਭਇਆ ਤਾਂ ਕਰਮ ਹੈ। ਜਦੋਂ ਆਤਮਿਕ ਚਿੰਤਨ ਪੈਦਾ ਹੋ ਜਾਂਦਾ ਹੈ ਮਨੁੱਖ ਦੀ ਸੁਰਤ ਅੰਦਰ, ਫਿਰ ਕਰਮ ਦਾ ਅਭਿਆਸ। ਕਰਮ ਦਾ ਅਭਿਆਸ ਮਤਲਬ ਹੈ ਕਰਮਕਾਰ ਕਰਦੇ ਹਾਂ, ਫਿਰ ਬੰਦਾ ਦੌਲਤ ਦੇ ਢੇਰ ਤੇ ਬੈਠਾ ਹੋਇਆ ਵੀ ਨਾ ਲੋਭੀ ਹੁੰਦਾ ਹੈ, ਨਾ ਹੰਕਾਰੀ ਹੁੰਦਾ ਹੈ, ਨਾ ਮੋਹ 'ਚ ਗ੍ਰਸਤ ਹੁੰਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਾ ਸਾਣਾ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣਾ। ਇਹ ਜੀਵਨ ਪੱਧਤੀ ਅਵਸਥਾ ਪ੍ਰਾਪਤ ਹੁੰਦੀ ਹੈ। ਫਰਮਾਉਂਦੇ ਹਨ ਕ੍ਰਿਤ ਕਾਰਨ ਦਦ ਮਥੈ ਸਿਆਨ, ਜੀਵਨ ਮੁਕਤ ਸਦਾ, ਜੀਵਤ ਮੁਕਤ ਸਦਾ ਨਿਰਵਾਣ। ਜਿਵੇਂ ਦੁੱਧ ਦੀ ਪ੍ਰਾਪਤੀ ਵਾਸਤੇ ਸਵਾਣੀ ਘਿਓ ਦੀ ਪ੍ਰਾਪਤੀ ਵਾਸਤੇ ਦੁੱਧ ਨੂੰ ਜਾਗ ਲਾ ਕੇ ਦਹੀਂ ਬਣਾਉਂਦੀ ਹੈ ਤੇ ਉਸ ਨੂੰ ਰਿੜਕ ਕੇ ਫਿਰ ਉਹਦੇ ਵਿੱਚੋਂ ਮੱਖਣ ਘਿਓ ਕੱਢ ਲੈਂਦੀ ਹੈ। ਕ੍ਰਿਤ ਕਾਰਨ ਦਦ ਮਥੈ ਸਿਆਨ। ਇਸੇ ਤਰ੍ਹਾਂ ਜੀਵਤ ਮੁਕਤ ਸਦਾ ਨਿਰਵਾਣ। ਉਹ ਸੰਸਾਰ ਦਾ ਪਦਾਰਥ ਵਰਤ ਕੇ, ਦੁਨੀਆ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ, ਸੰਸਾਰ ਦਾ ਵਰਤੋਂ ਵਿਹਾਰ ਕਰਕੇ, ਦੁਨੀਆ 'ਚ ਰਹਿੰਦਿਆਂ ਦੁਨੀਆਦਾਰਾਂ ਵਾਂਗ ਵਰਤ ਕੇ ਇਹਦੇ ਵਿੱਚੋਂ ਤੱਤ ਕੱਢ ਲੈਂਦੇ ਨੇ ਜੀਵਨ ਦਾ, ਵੀ ਇਹ ਸਾਰਾ ਕੁਝ ਵਰਤਨ ਹੈ ਸਰੀਰ ਦਾ। ਪਰ ਸੁਰਤ ਤੇ ਮਨ ਦੀ ਪਵਿੱਤਰਤਾ ਹੈ ਪਰਮੇਸ਼ਰ ਦੇ ਗੁਣਾਂ ਨਾਲ, ਨਾਮ ਨਾਲ। ਕਬੀਰ ਮਾਇਆ ਡੋਲਣੀ, ਪਵਨ ਝਕੋਲਨ ਹਾਰ, ਸੰਤੋ ਮਾਖਨ ਖਾਇਆ, ਛਾਛ ਪੀਐ ਸੰਸਾਰ। ਇਹਦੇ ਮੁਤਲਕ ਹੀ ਇਹ ਸ਼ਬਦ ਹੈ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੋਲ। ਤੋ ਇੱਥੇ ਕਰਮ ਦਾ ਅਰਥ ਕਈ ਲੋਕ ਕਰਮ ਕਾਂਡ ਕਰਦੇ ਹਨ, ਵੀ ਜਿਉਂ-ਜਿਉਂ ਕਰਮ ਕਾਂਡ ਕਰੀਏ ਗਿਆਨ ਹੋ ਜਾਂਦਾ ਹੈ ਤੇ ਕਰਮ ਕਾਂਡ ਬਿਨਸ ਜਾਂਦਾ। ਨਹੀਂ, ਐਸਾ ਨਹੀਂ। ਸਾਰੇ ਸ਼ਬਦ ਦਾ ਪ੍ਰਕਰਨ ਜਿਹੜਾ ਹੈ ਉਹ ਮਨ ਦਾ ਵਿਕਾਰਾਂ, ਸੰਸਾਰ ਦੀਆਂ ਚੀਜ਼ਾਂ ਨਾਲ ਬੱਝਣਾ ਹੈ। ਕਰਮ ਕਾਂਡ ਪ੍ਰਕਰਨ ਹੀ ਨਹੀਂ ਇਸ ਸ਼ਬਦ ਦਾ। ਤੋ ਇੱਥੇ ਫਰਮਾਉਂਦੇ ਹਨ ਅਖੀਰਲੀਆਂ ਪੰਕਤੀਆਂ ਵਿੱਚ, ਉਹ ਜੀਵਤ ਮੁਕਤ ਹੋ ਜਾਂਦਾ ਹੈ, ਸਦਾ ਨਿਰਵਾਣ, ਫਿਰ ਵਾਸ਼ਨਾ ਤੋਂ ਰਹਿਤ ਹੋ ਜਾਂਦਾ ਹੈ, ਮਾੜੇ ਫੁਰਨਿਆਂ ਤੋਂ ਮੁਕਤ ਹੋ ਜਾਂਦਾ ਹੈ। ਕਹਿ ਰਵਿਦਾਸ ਪਰਮ ਬੈਰਾਗ। ਹੇ ਰਵਿਦਾਸ ਆਖ, ਸਭ ਤੋਂ ਉੱਚਾ ਪ੍ਰੇਮ ਹੈ ਪਰਮ, ਉੱਚਾ ਬੈਰਾਗ ਪ੍ਰੇਮ। ਸਭ ਤੋਂ ਉੱਚਾ ਪ੍ਰੇਮ ਹੈ ਉਸ ਪਰਮੇਸ਼ਰ ਦਾ। ਸੱਚੇ ਪਿਆਰ ਦੀ ਗੱਲ ਸੰਸਾਰ ਨੂੰ ਦੱਸ, ਕਿਹੜਾ ਹੈ ਉਹ ਸੱਚਾ ਪਿਆਰ? ਹਿਰਦੈ ਰਾਮ ਕੀ ਨਾ ਜਪਸਿਆ ਭਾਗ। ਹੇ ਅਭਾਗੇ, ਹੇ ਭੁੱਲੜ ਮਨੁੱਖ, ਤੇਰੇ ਹਿਰਦੇ ਵਿੱਚ ਹੀ ਉਸ ਰੱਬ ਦਾ ਵਾਸਾ ਹੈ, ਤੂੰ ਉਹਦਾ ਚੇਤਾ ਚਿੰਤਨ ਕਿਉਂ ਨਹੀਂ ਕਰਦਾ? ਆਪਣੇ ਮੂਲ ਨੂੰ ਕਿਉਂ ਨਹੀਂ ਪਛਾਣਦਾ? ਆਪਣੇ ਆਪ ਨੂੰ ਜਾਣਨ ਦਾ ਯਤਨ ਕਿਉਂ ਨਹੀਂ ਕਰਦਾ? ਸਾਹਿਬ ਕਿਰਪਾ ਕਰਨ, ਇਸ ਮੁਬਾਰਕ ਸ਼ਬਦ ਦਾ ਜੋ ਭਾਵ ਉਪਦੇਸ਼ ਹੈ ਉਹ ਸਾਡੇ ਮਨਾਂ ਵਿੱਚ ਵਸੇ। ਗੁਰੂ ਦੇਵ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।